बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका होस्ट ग़ुलाम मुस्तफ़ा सिंधु और आप देख रहे हैं मेरा यूट्यूब चैनल सिंधु पीके। नाज़रीन, मैं उम्मीद करता हूं कि आप बिल्कुल ठीक ठाक होंगे। नाज़रीन, आप देख रहे हैं इस वक्त मैं एक दरबार है, अजीब नाम लिखा हुआ है, आप देख सकते हैं। हज़रत पीर सखी मोहम्मद इस्माइल शाह अल मरूफ़ हज़रत बाबा लोटियां वाली सरकार। नाज़रीन, लोटियां वाली सरकार के दरबार पे मैं आज आया हूं और आज ये दरबार जो है मैं सारे का सारा आपको विज़िट करवाने वाला हूं और इसकी जो करामात थी उसके बारे में भी कोशिश करेंगे आप तक इन्फॉर्मेशन पहुंचाएं और इसके जो मतवली हैं उनसे भी कोशिश करेंगे कि बात करें कि इस बाबा जी को लोटियां वाली सरकार क्यों कहा जाता है। तो अगर आप मेरे चैनल पे नए हैं तो मेरे चैनल को अभी सब्सक्राइब कर लें, बेल आइकन को क्लिक करें ताकि मेरी हर एक आने वाली नई वीडियो का नोटिफिकेशन आप तक बर वक्त पहुँचता रहे। तो आइए करते हैं अपनी वीडियो का बाकायदा आगाज़ और चलते हैं, बात करते हैं। जी तो नाज़रीन, हम पहुँचे हैं एक चक में जो बाबा जी हैं उनके नाम पे मशहूर है। इसको कहते हैं पंचक लोटियां वाला। लोटे तो आप समझ रहे हैं आजकल बड़े मशहूर हैं, लेकिन ये बाबा जी के नाम पे जो है ये चक मशहूर है। तो इस चक में एक बुज़ुर्ग मौजूद हैं जो हमें बाबा जी जो हैं लोटियां वाली सरकार उसके मुतल्लिक़ कुछ मालूमात देंगे। अस्सलाम वालेकुम। वालेकुम सलाम। सब तो पहले अपना नाम दसो जी। मोहम्मद सुलेमान। सुलेमान साहब, कितनी उम्र है थोड़ी? मेरी उम्र तकरीबन 75-76 साल। 75 साल। अच्छा, तुसीं ये दसो ये ਜਿਹੜੀ ਲੋਟਿਆਂ ਵਾਲੀ ਸਰਕਾਰ ਇੱਥੇ ਮਸ਼ਹੂਰ ਹੈ ਤੁਹਾਡੇ ਚੱਕ ਦੇ ਵਿੱਚ, ਇਹਦੀ ਕੀ ਹਿਸਟਰੀ ਹੈ, ਕੁਝ ਮਾਲੂਮਾਤ ਦਿਓ। ਇਹਦੀ ਮਾਲੂਮਾਤ ਦੇ ਮੁਤਲਕ ਜਨਾਬ ਇਹ ਹੈ ਕਿ ਤਕਰੀਬਨ ਅਸੀਂ सन 49 ਦੇ ਵਿੱਚ ਬਾਬਾ ਲੋਟਿਆਂ ਵਾਲੀ ਸਰਕਾਰ ਦੇ ਕੋਲ ਆਏ, ਹਿੰਦੁਸਤਾਨ ਤੋਂ ਹਿਜਰਤ ਕੀਤੀ। 2 ਕਿੱਲੇ ਰਕਬਾ ਸੀ ਸਾਡੇ ਵਾਲਨ ਨੂੰ, ਇੱਥੇ ਰਹਿਸ਼ ਹੋਈ ਸਾਡੀ। ਇੱਥੇ ਮਤਲਬ ਕਿ ਅਸੀਂ ਕਿ ਉਸ ਵਕਤ ਖਾਨਗਾ ਕੱਚੀ ਸੀ, ਇਹਨਾਂ ਦਾ ਚਿਲਾ ਵੀ ਨਾਲ ਕੱਚਾ ਸੀ, ਦਰਖਤ ਬੜੇ ਸੀ। ਤਕਰੀਬਨ
ਦਰਬਾਰ ਦੇ ਚੁਫੇਰੇ ਕਬਰਸਤਾਨ 'ਚ ਵੀ ਜਿਤਨੇ ਦਰਖਤ ਨੇ ਨਾ ਸਭ ਖਾਨਗਾਹ ਦੇ ਉੱਤੇ ਝੁਕਾਓ ਸੀ ਉਹਨਾਂ ਦਾ। ਅੱਛਾ, ਜਿਸ ਵਕਤ ਤੁਸੀਂ ਆਏ ਹੋ ਤੁਸੀਂ ਦੱਸਿਆ ਕਿ ਤੁਹਾਨੂੰ ਉਹਦੇ ਨਾਲ ਰਕਬਾ ਮਿਲਿਆ ਸੀ। ਰਕਬਾ ਉਹਨਾਂ ਦਾ ਨਹੀਂ ਸੀ, ਗੌਰਮੈਂਟ ਦਾ ਸਾਨੂੰ ਗੌਰਮੈਂਟ ਦਾ ਰਕਬਾ ਸੀ। ਤੁਹਾਨੂੰ ਅਲਾਟ ਉੱਥੇ ਹੋਇਆ ਨਾ? ਸਾਨੂੰ 2 ਕਿੱਲੇ ਰਕਬਾ ਅਲਾਟ ਸਾਨੂੰ ਹੋਇਆ। ਅੱਛਾ, ਉੱਥੇ ਕਿੰਨਾ ਕੁ ਰਸ਼ ਹੁੰਦਾ ਸੀ, ਕਿੰਨੀ ਕੁ ਆਵਾਮ ਉਸ ਦਰਬਾਰ ਤੇ ਆਉਂਦੀ? ਇਸ 'ਤੇ ਰਸ਼ ਕਾਫੀ ਹੋ ਜਾਂਦਾ ਸੀ ਤਕਰੀਬਨ। ਕੋਈ ਮੰਨਤਾਂ ਵਗੈਰਾ ਵਾਲੇ, ਕੋਈ ਚੀਜ਼ਾਂ ਲੈ ਕੇ ਇਸ ਕਿਸਮ ਦੀਆਂ, ਮਤਲਬ ਦੁੱਧ ਵਗੈਰਾ ਜਾਂ ਕੋਈ ਫੁੱਲੇ ਮਖਾਣੇ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਸੀ। ਅੱਛਾ, ਲੋਕ ਜਿਹੜੇ ਮੰਨਤਾਂ ਮੰਨ ਕੇ ਜਾਂਦੇ ਨੇ ਇੱਥੇ, ਹਾਂਜੀ, ਕੋਈ ਕਬੂਲ ਹੁੰਦੀਆਂ ਨੇ, ਪੂਰੀਆਂ ਹੁੰਦੀਆਂ ਨੇ? ਦੇਖੋ ਜੀ, ਜਿੱਥੋਂ ਤੱਕ ਇਲਮ ਕਿ 100%, ਇਹ ਨਹੀਂ ਕਿ 90% ਉਹਨਾਂ ਦੀਆਂ ਮੰਨਤਾਂ ਜਿਨ੍ਹਾਂ ਨੇ ਸਾਨੂੰ ਦੱਸੀਆਂ। ਕਰਾਚੀ ਤੋਂ ਵੀ ਲੋਕ ਆਏ, ਬਲਕਿ ਬਾਹਰ ਦੇ ਲੋਕਾਂ ਨੂੰ ਜ਼ਿਆਦਾ ਇਹਦੀ ਕਦਰ ਜ਼ਿਆਦਾ ਆ, ਕਿਉਂਕਿ ਉਹ ਆਏ। ਉਹ ਮੈਂ ਤੁਹਾਨੂੰ ਸੁਣਾ ਦਵਾਂ ਉਹਨਾਂ ਦੀ ਕਹਾਣੀ, ਹਾਂਜੀ, ਸੁਣਾਓ। ਸੁਣਾ ਦੇਈਏ। ਬਿਲਕੁਲ। ਕੱਪੜੇ ਕਾਰ 'ਚ ਆਏ ਆ ਕਰਾਚੀ ਤੋਂ ਬੰਦੇ, ਉਹਨਾਂ ਦੇ ਨਾਲ ਜ਼ਨਾਨੀਆਂ ਵੀ ਹੈ, ਬੰਦੇ ਵੀ ਹੈ। ਇਹ ਤਕਰੀਬਨ 8 ਤੋਂ 10 ਸਾਲ ਤਕਰੀਬਨ ਦਾ ਅਰਸਾ ਹੋਊਗਾ ਯਾਈ ਤੋਂ ਕੰਮ। ਕਾਟਨ ਦੇ ਕੱਪੜੇ ਔਰ ਪੱਕੀ ਤੇ ਉਹਨਾਂ ਨੇ ਕਾਰ ਖੜੀ ਕਰ ਦਿੱਤੀ ਗੇਟ ਦੇ ਅੱਗੇ ਕਰਕੇ। ਗੇਟ ਤੋਂ ਇੰਜ ਗਏ ਗੋਡਿਆਂ ਦੇ ਕਬਰਸਤਾਨ। ਉਹਨਾਂ ਨੇ ਕਿਹਾ ਸਾਡੀ ਜਿਹੜੀ ਮੰਨਤ ਸੀ ਨਾ, ਅੱਲਾ ਜਾਣੇ ਉਹ ਕਿਵੇਂ, ਉਹਨਾਂ ਨੂੰ ਦੱਸਿਆ ਕਿਵੇਂ ਹੋਈ। ਉਵੇਂ ਖਾਨਗਾਹ ਤੱਕ ਗਏ ਆ ਗੋਡਿਆਂ ਦੇ ਹਿਸਾਬ, ਗੋਡਿਆਂ ਨਾਲ ਤੋੜਨਾ? ਗੋਡਿਆਂ ਨਾਲ ਔਰ ਉਹਨਾਂ ਨੇ ਕਿਹਾ ਸਾਡੀ ਮੰਨਤ ਜਿਹੜੀ ਵੀ ਸੀ, ਖੁਦਾ ਜਾਣੇ ਕੋਈ ਬੰਦਾ ਕੈਦ ਸੀ ਜਾਂ ਜੋ ਥੀ, ਉਹਨਾਂ ਦੀ ਮੰਨਤ ਪੂਰੀ ਹੋਈ। ਹੋਰ ਵੀ ਅਕਸਰ ਲੋਕ ਇਹੋ ਜਿਹੇ ਆਉਂਦੇ ਆ। ਬੜੀ ਮੰਨਤ ਇਸ ਇਲਾਕੇ ਦੇ ਵਿੱਚ ਪੂਰਾ ਮਸ਼ਹੂਰ ਆ। ਅੱਜ ਕੱਲ੍ਹ ਇਸ ਦਰਬਾਰ ਦਾ ਮਤਵੱਲੀ ਕੌਣ ਆ? ਅੱਜ ਕੱਲ੍ਹ ਇਹਨਾਂ ਦੇ ਮੁਹੰਮਦ ਹੁਸੈਨ ਨੰਬਰਦਾਰ 5 ਉਹ ਵੀ ਇਸੇ 5 ਚ ਰਹਿੰਦਾ? ਇੱਥੇ 5 ਇੱਥੇ ਆਪਣੇ ਚੱਕ 'ਚ ਆ। ਹਾਂ, ਅੱਛਾ, ਜੈਸਾ ਕਿ ਤੁਸੀਂ ਸਾਨੂੰ ਇੰਟਰਵਿਊ ਤੋਂ ਪਹਿਲੇ ਦੱਸ ਰਹੇ ਸੀ ਕਿ ਤੁਹਾਡੀ ਖਾਬ ਦੇ ਵਿੱਚ ਵੀ ਉਹਨਾਂ ਨਾਲ ਮੁਲਾਕਾਤ ਹੋਈ, ਇਹਦੇ ਬਾਰੇ ਤੁਸੀਂ ਦੱਸੋ। ਮੇਰੀ ਸ਼ਾਦੀ ਤੋਂ ਪਹਿਲੇ ਮੇਰੇ ਆਪਣੇ ਮਤਲਬ ਖਾਬ 'ਚ, ਸ਼ਾਦੀ ਤੋਂ ਪਹਿਲੇ ਬਜ਼ੁਰਗ ਮੇਰੇ ਖਾਬ 'ਚ ਮਿਲੇ। ਮੈਂ ਉਹਨਾਂ ਦੇ ਕੋਲ ਗਿਆ। ਜਿਸ ਵੇਲੇ ਗਿਆ ਉਹ ਬੈਠੇ ਆ ਬਾਬੇ ਹੋਣੀ, ਉਹਨਾਂ ਦੇ ਕੋਲ ਲੰਗਰ ਪਿਆ ਔਰ ਬੜੇ ਖੁਸ਼ ਹੋਏ। ਉਹਨਾਂ ਨੇ ਮੈਨੂੰ ਬਿਠਾ ਲਿਆ, ਕੋਈ ਬੰਦਾ ਕੋਲ ਨਹੀਂ, ਆਵਾਜ਼ ਕਰ ਲੈ। ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਤੇਰੀ ਇੰਤਜ਼ਾਰ ਸੀ ਕਿ ਇਹ ਲੰਗਰ ਆਓ। ਮੈਂ ਖੁਦ ਉਹਨਾਂ ਦੇ ਨਾਲ ਲੰਗਰ ਖਾ, ਔਰ ਜਿਹੜੀ ਯਾਨੀ ਉਹਨਾਂ ਨੂੰ ਮੈਂ ਜਿਸ ਅੰਦਾਜ਼ 'ਚ ਦੇਖਿਆ ਉਹ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਮੌਜੂਦ। ਅੱਛਾ, ਉਹਦੀ ਕੀ ਰੀਜ਼ਨ ਆ? ਤੁਹਾਨੂੰ ਉਹਦੇ ਨਾਲ ਲਗਨ ਸੀ ਜਾਂ ਤੁਸੀਂ? ਇਹ ਤਾਂ ਬਜ਼ੁਰਗਾਂ ਨਾਲ ਤੁਹਾਡੀ ਵੈਸੇ। ਜਦੋਂ ਮੁਲਾਕਾਤ ਹੋਈ ਹਾਂਜੀ, ਕੈਸੀ ਸੀਰਤ ਸੀ ਉਹਨਾਂ ਦੀ? ਉਹਨਾਂ ਦੀ ਸੀਰਤ ਬੜੇ ਖੂਬਸੂਰਤ ਸੀ, ਬੜੀ ਖੂਬਸੂਰਤ ਦਾੜੀ ਸੀ, ਬਹੁਤ ਖੂਬਸੂਰਤ ਸੀ ਚਿਹਰਾ। ਦਿਲ ਦਾ ਅੱਜ ਵੀ ਮੈਨੂੰ ਯਾਦ ਆ ਉਹਨਾਂ ਦਾ। ਹਾਂਜੀ, ਉਸ ਤੋਂ ਬਾਅਦ ਵੀ ਕਦੀ ਦੁਬਾਰਾ ਆਏ? ਨਹੀਂ, ਫਿਰ ਤੁਸੀਂ ਹੁਣ ਦਰਬਾਰ ਤੇ ਜਾਂਦੇ ਹੋ ਕਿ ਨਹੀਂ ਜਾਂਦੇ? ਮੈਂ ਅਕਸਰ ਜਾਂਦਾ ਹਾਂ, ਤਾਂ ਆਉਂਦੇ ਜਾਂਦੇ ਸਪੈਸ਼ਲ ਨਹੀਂ। ਕਬਰਸਤਾਨ ਹੈ ਉੱਥੇ ਕਬਰਸਤਾਨ ਆ, ਬਸ ਜਾਈਦਾ ਵੀ ਇਸੇ ਰਸਤੇ ਆ। ਜਦੋਂ ਬੱਸ 'ਤੇ ਸਫ਼ਰ ਕਰਨਾ ਹੋਵੇ, ਕਿਸੇ ਜਗ੍ਹਾ ਜਾਣਾ ਹੋਵੇ ਤੇ ਉੱਥੇ ਚੜ੍ਹੇ, ਉੱਥੇ ਉਹਨਾਂ ਦੀ ਵੀ ਯਾਦ ਕੀਤੀ, ਬਾਲਦਾਨ ਵੀ ਆ ਉੱਥੇ ਉਹਨਾਂ ਦੀ ਵੀ। ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਲੋਟਿਆਂ ਵਾਲੀ ਸਰਕਾਰ ਮਸ਼ਹੂਰ ਨੇ, ਇਹ ਲੋਟਿਆਂ ਵਾਲੀ ਸਰਕਾਰ ਕਿਉਂ ਕਿਹਾ ਜਾਂਦਾ, ਇਹਦੇ ਬਾਰੇ ਕੋਈ ਇਹ ਤਾਂ ਜੀ ਜਿਸ ਵੇਲੇ ਅਸੀਂ ਆਏ ਆ ਨਾ, ਉਸ ਵਕਤ ਹੀ ਲੋਟਾਂ ਵਾਲੇ ਦੇ ਨਾਂ 'ਤੇ ਮਸ਼ਹੂਰ ਆ। ਵੀ ਅੱਲਾ ਬਿਹਤਰ ਜਾਣੇ ਕਿਉਂ ਮਸ਼ਹੂਰ ਆ, ਕੋਈ ਇਹਦੇ ਮਤਲਬ ਸਹੀ ਕੋਈ ਨਹੀਂ। ਅਸਲ ਨਾਂ ਕੀ ਇਹਨਾਂ ਦਾ, ਪੀਰ ਹੋਰਾਂ ਦਾ ਅਸਲ ਨਾਮ? ਅਸਲ ਨਾਂ ਜੀ ਜੋ ਮਾਲੂਮ ਹੋਇਆ ਮੁਹੰਮਦ ਇਸਮਾਈਲ। ਅੱਛਾ, ਇਹਨਾਂ ਦੇ ਕੋਈ ਇੱਥੇ? ਨਹੀਂ, ਇੱਥੇ ਕੋਈ ਬੰਦਾ ਨਹੀਂ ਇਹਨਾਂ ਦਾ, ਕੋਈ ਵਾਲ। ਇਹ ਕਰਾਚੀਓ ਕੋਈ ਬੰਦੇ ਆਏ ਸੀ, ਮਜ਼ੀਦ ਨੰਬਰਦਾਰ ਵੀ ਦੱਸ ਸਕਦਾ ਮੁਹੰਮਦ ਸਾਹਿਬ। ਮੇਰਾ ਖਿਆਲ ਆ ਮਿਲੇ ਵੀ ਇਹਨਾਂ ਨੂੰ ਹੀ ਆ। ਅੱਛਾ, ਇਹਨਾਂ ਨੂੰ ਹੀ ਮਾਲੂਮਾਤ ਮਿਲੀ ਆ ਉਹਨਾਂ ਬੰਦਿਆਂ ਤੋਂ। ਇਹਨਾਂ ਦਾ ਨਾਂ ਉਹਨੇ ਦੱਸਿਆ ਕਿ ਮੁਹੰਮਦ ਇਸਮਾਈਲ। ਅਸੀਂ ਹੁਣ ਗੁਜ਼ਰੇ, ਅਸੀਂ ਦੇਖਿਆ ਕਿ ਕਾਫੀ ਮੋਟਰਸਾਈਕਲਾਂ ਵਾਲੇ ਗੁਜ਼ਰਦੇ ਨੇ। ਹਾਂਜੀ, ਹਰ ਬੰਦਾ ਉੱਥੇ ਜਾ ਕੇ ਕੋਈ 5 10 50 ਲਾਜ਼ਮੀ ਉੱਥੇ ਦਰਬਾਰ ਦੇ ਅੰਦਰ ਪਾਉਂਦਾ ਹੈ ਜਿਹੜਾ ਗੱਲਾ ਪਿਆ। ਹਾਂਜੀ, ਇਹ ਫਿਰ ਕੌਣ ਮਤਵੱਲੀ ਜਿਹੜਾ ਹੈ ਉਹ ਕੱਢ ਕੇ ਤੇ ਕਿੱਥੇ ਇਸਤੇਮਾਲ ਕਰਦਾ, ਇਹਦੇ ਬਾਰੇ ਕੋਈ ਨੌਲੇਜ ਹੈ? ਇਹਦੇ ਬਾਰੇ ਉਹੀ ਦੱਸ ਸਕਦਾ ਮੁਹੰਮਦ ਸਾਹਿਬ ਨੰਬਰਦਾਰ, ਕਿਉਂਕਿ ਮਤਵੱਲੀ ਆ, ਗੱਲਾਂ ਵੀ ਉਹੀ ਇਸਤੇਮਾਲ ਕਰਦੇ ਆ, ਕੱਢ ਰਹੇ ਆ, ਖਰਚ ਕਰ ਰਹੇ ਆ। ਲੇਕਿਨ ਉਹਨੇ ਖਰਚ ਬੜਾ ਕੀਤਾ ਇਹਦੇ 'ਤੇ। ਦਰਬਾਰ ਪਹਿਲੇ ਬਣ ਗਿਆ ਸੀ, ਉਹਨੇ ਇਹਦੇ ਦਰਵਾਜ਼ੇ ਜਾਂ ਮਾਰਬਲਾਂ ਜਾਂ ਮਸਜਿਦ
ਜਾਂ ਫਿਰ ਇਮਾਮ ਮਸਜਿਦ ਦਾ ਨਾਲ ਜਗ੍ਹਾ ਉਹ ਉਹਨੇ ਬਣਾਈ ਹੈ। ਜਦੋਂ ਤੁਸੀਂ ਇੱਥੇ ਆਏ ਜੇ ਹਾਂਜੀ। ਉਸ ਵਕਤ ਇਹਦਾ ਨਕਸ਼ਾ ਕੈਸਾ ਸੀਗਾ, ਕੱਚਾ ਸੀ, ਕਿਸ ਤਰ੍ਹਾਂ ਸੀ? ਉਸ ਵੇਲੇ ਕੱਚਾ ਸੀ। ਅੱਛਾ। ਹਾਂਜੀ, ਬਿਲਕੁਲ ਕੱਚੀ ਦੀਵਾਰ ਸੀ, ਕੋਈ ਛੱਤ ਨਹੀਂ ਸੀ। ਇਹ ਫਿਰ ਕਿਹਨੇ ਪੱਕਾ ਬਣਵਾਇਆ ਸਾਰਾ? ਇਹ ਪੱਕਾ ਦਰਬਾਰ ਬਣਾ ਗਿਆ ਜੀ ਹਾਜੀ ਫਤਿਹ ਦੀ। ਉਹ ਆਰਫ ਜਿਹੜਾ ਬੱਚਾ ਤੁਸੀਂ ਕਹਿੰਦੇ ਆ, ਅਰਫ ਨੰਬਰਦਾਰ ਅਲੀ ਮੁਹੰਮਦ ਦਾ ਉਹ ਨੰਬਰਦਾਰ ਹਾਂਜੀ। ਉਹਦੇ ਦਾਦੇ ਨੇ। ਅੱਛਾ। ਉਹ ਤੇ ਅੱਗੇ ਤੁਸੀਂ ਜਿਹੜੀ ਹੋਈ ਦਰਵਾਜ਼ਿਆਂ ਦੀ ਮਾਰਬਲਾਂ ਦੀ, ਇਹ ਮੁਹੰਮਦ ਸ਼ਾਹ ਨੰਬਰਦਾਰ ਨੇ। ਉਹ ਤੋਂ ਬਾਅਦ 2-3 ਬੰਦੇ ਰਹੇ ਆ, ਅੱਛਾ। ਉਹਨਾਂ ਦੇ ਦੌਰ 'ਚ ਕੋਈ ਕੰਮ ਨਹੀਂ ਹੋ ਸਕਿਆ ਕਿਉਂਕਿ ਥੋੜ੍ਹੇ ਅਰਸੇ ਲਈ ਰਹੇ ਉਹ ਇੰਨੇ ਮਸਰੂਫ ਤੇ ਉਹਨਾਂ ਇਹ ਫਿਰ ਮੁਹੰਮਦ ਸ਼ਾਹ ਨੰਬਰਦਾਰ ਨੇ ਜਿਹੜਾ ਹੁਣ ਅੱਜ ਕੱਲ੍ਹ ਅੱਛਾ। ਇਹਨੂੰ ਵੀ ਦਿਲਚਸਪੀ ਬੜੀ ਹੈ। ਅੱਛਾ। ਹਾਂਜੀ, ਕਿਉਂਕਿ ਸਾਡੇ ਬਜ਼ੁਰਗਾਂ ਦਾ ਇੱਕ ਪੀਰ ਆ ਮੀਆਂ ਸਾਹਿਬ ਬੜੇ ਉੱਚੇ ਫੈਸਲਾਬਾਦ, ਉਹਨਾਂ ਦਾ ਵੀ ਹੈ ਤਲਕੀ ਦਾ। ਅੱਛਾ, ਇਸ ਬਾਬੇ ਜੀ ਦਾ ਕੋਈ ਉਰਸ ਵੀ ਮਨਾਇਆ ਜਾਂਦਾ? ਉਰਸੇ ਬਣਾਉਂਦੇ हैं लेकिन वो उर्स बड़ा नाम है बनाते हैं। ਚਾਦਰਾਂ ਚੁਦਰਾਂ ਵੀ ਚੜ੍ਹਦੀਆਂ, ਸਭ ਕੁਛ ਹੋ ਰਿਹਾ। ਆਪਣੀ ਕੋਈ ਸੁਣਾਊਂਗਾ, ਇੱਥੇ ਹਾਂ ਤੁਹਾਡੇ ਤਨ ਬੀਤੀ ਕੋਈ ਹੋਵੇ ਇਸ ਦਰਬਾਰ ਦੇ ਮੁਤਲਕ ਉਹ ਸੁਣਾਓ। ਮੈਂ ਤਾਂ ਆਪਣੀ ਸੁਣਾਵਾਂਗਾ। ਹਾਂਜੀ ਹਾਂਜੀ। ਜੇ ਇਹ ਵੀ ਆਪਣੀ ਸੁਣਾਈ ਆ, ਕਿਸੇ ਦੀ ਸੁਣੀ ਸੁਣਾਈ ਨਹੀਂ ਸੁਣਾਈ ਕਿ ਜੇ ਮੈਨੂੰ ਬਾਬੇ ਹੋਣਾ ਦੀ ਜ਼ਿਆਰਤ ਹੋਈ ਹੈ। ਮੈਂ ਗੱਡੇ ਤੇ ਗੱਡੇ ਹੁੰਦੇ ਸੀ ਉਸ ਵੇਲੇ, ਕੱਚੀ ਸੜਕ ਸੀ, 6 ਚੱਕ 'ਚ ਮੈਂ ਆਟਾ ਪਿਆ, ਦੇਰ ਹੋ ਗਈ, ਈਸ਼ਾ ਤੋਂ ਬਾਅਦ ਦਾ ਟਾਈਮ ਆ। ਦਰਖਤ ਬੜੇ ਸੀ ਇੱਥੇ ਤੇ ਹਵਾ ਬੜੀ ਚੱਲੇ, ਜਿਵੇਂ ਬੜਾ ਸਨਾਟਾ ਜਿਹਾ ਹੋਵੇ। ਮੈਂ ਜਿਸ ਵੇਲੇ ਦਰਬਾਰ ਦੇ ਹਦੂਦ 'ਚ ਆਉਂਦਾ ਨਾ ਤੇ ਮੈਨੂੰ ਬੜਾ ਖੌਫ ਆਇਆ। ਮੈਂ ਲਹਿੰਦੇ ਦੀ ਤਰਫ ਮੂੰਹ ਕਰ ਲਿਆ, ਕਬਰਸਤਾਨ ਦੀ ਬਜਾਏ ਲਹਿੰਦੇ ਦੀ ਤਰਫ, ਕਿਉਂਕਿ ਮੈਨੂੰ ਹੀ ਪਤਾ ਸੀ ਕਿ ਇੱਥੇ ਮੇਰੇ ਫਲਾਂ ਬਜ਼ੁਰਗ ਪਏ ਆ, ਫਲਾਂ ਚੱਕ ਦੇ ਬੰਦੇ ਪਏ ਆ, ਫਲਾਂ ਪਏ ਆ। ਖੌਫ ਆਉਂਦਾ ਸੀ। ਜਿਸ ਵੇਲੇ ਮੈਂ ਬਿਲਕੁਲ ਖਾਨਗਾਹ ਦੇ ਬਰਾਬਰ ਆਇਆ ਤੇ ਲਹਿੰਦੇ ਦੀ ਸਾਈਡ 'ਤੇ ਮੈਂ ਦੇਖਦਾ ਬਜ਼ੁਰਗ, ਕਿਉਂਕਿ ਮੂੰਹ ਜੇ ਤਾਂ ਚਿਹਰਾ ਹੁੰਦਾ ਫਿਰ ਮੈਂ ਤਾਂ ਪਛਾਣ ਜਾਂਦਾ ਕਿ ਵਾਕਈ ਉਹ ਬਾਬਾ ਆ। ਚਿਹਰਾ ਤਾਂ ਕੋਈ ਨਹੀਂ, ਬਿਲਕੁਲ ਕਫਨ ਨਮਾ, ਜਿਵੇਂ ਉਹਨੇ ਕਫਨ ਬੰਦੇ ਦਾ ਪਾਇਆ ਹੁੰਦਾ, ਲਿਬਾਸ ਐਵੇਂ ਦਾ ਸੀ, ਸਫੈਦ। ਪੈਰਾਂ ਤੱਕ ਸਫੈਦ, ਸਿਰ ਤੋਂ ਲੈ ਕੇ ਪੈਰਾਂ ਤੱਕ। ਤੇ ਮੈਨੂੰ ਬੜਾ ਖੌਫ ਆਇਆ। ਭੈਣੀ ਵੀ ਕੋਈ ਨਹੀਂ ਸੀ ਆ ਇਹਨਾਂ ਦੀ ਨੰਬਰਦਾਰ ਦੀ। ਉਹ ਮੇਰੀ ਨਜ਼ਰ ਨਾ ਉਹਦੀ ਤਰਫ ਹੋਵੇ ਤੇ ਮੈਨੂੰ ਨਹੀਂ ਪਤਾ ਕਿ ਬੌਲ ਕਿੱਥੇ, ਤੇ ਮੈਨੂੰ ਨਹੀਂ ਪਤਾ ਆਪਣੇ ਆਪ ਦਾ ਹੋਸ਼। ਉਹ ਬਿਲਕੁਲ ਜੋਗ ਦੇ ਉੱਥੋਂ ਟੁਰਿਆ ਤੇ ਜੋਗ ਦੇ ਅੱਗੇ ਤੇ ਲੱਖਦਾ ਸਿੱਧਾ ਖਾਨਗਾਹ ਦੇ ਅੰਦਰ ਗਿਆ। ਮੇਰੀ ਨਜ਼ਰ ਇਵੇਂ ਉਹਦੀ ਤਰਫ ਖੁਦ ਬ ਖੁਦ ਘੁੰਮਦੀ ਗਈ ਹੈ ਕਿ ਮੈਂ ਨਹੀਂ ਮੇਰੀ ਖੁਦ ਬ ਖੁਦ ਨਜ਼ਰ ਉਹਨਾਂ ਦੀ ਤਰਫ ਹੀ ਗਈ ਹੈ ਕਿ ਉਵੇਂ ਜਾਂਦਾ ਜਾਂਦਾ ਬਿਲਕੁਲ ਸਿੱਧਾ ਖਾਨਗਾਹ ਦੇ ਵਿੱਚ ਗਿਆ। ਤੇ ਤਕਰੀਬਨ ਮੈਂ 2 ਕਿੱਲੇ ਤੇ ਜਾ ਕੇ ਮੈਨੂੰ ਮੇਰੇ ਹੋਸ਼ ਹਵਾਸ ਠੀਕ ਹੋਏ। ਯਾਨੀ ਤੁਹਾਡੇ ਕਹਿਣ ਦਾ ਮਕਸਦ ਇਹ ਕਿ ਤੁਸੀਂ ਬਾਬਾ ਜੀ ਨੂੰ ਖੁਦ ਉਸ ਵਕਤ ਵੀ ਦੇਖਿਆ? ਮੈਂ ਇਨਸ਼ਾਅੱਲਾ ਉਮੀਦ ਮੈਨੂੰ 100% ਹੈਗੀ, ਇਹ ਵੀ 90 ਨਹੀਂ ਹੈਗੀ ਕਿ ਉਹ ਜਿਹੜੇ ਥੇ ਸਹੀ ਬਜ਼ੁਰਗ थे। नाज़रीन, बाबा जी ने बाबा पीर लोटियां वाली सरकार के मुतलक बड़ियां अहम मालूमात दित्तियां ने। मैं उम्मीद करांगा तुहानूं पसंद आईयां होणगीਆਂ। तो नैक्सट असीं चलने हैं जिहड़े इस अपना दरबार के मतवली ने मोहम्मद हुसैन अवल जी। तो नाज़रीन, हम पहुँचे हैं जो इस इलाके के 5 चक लोटियां वाले के नंबरदार साहब हैं उनके पास, और ये कह रहे हैं कि हम इस दरबार के जो बाबा पीर है लोटियां वाली सरकार उसके खादम हैं, इनसे बात करते हैं। अस्सलाम वालेकुम। वालेकुम सलाम। बाबा जी, नाम की है आपका? मोहम्मद हुसैन। अच्छा, ये बताएं कि ये जो दरबार है ये आप कब से इसका जो है जो खादम वाला निज़ाम संभाला हुआ? को 10 चालू किया है, जहाँ दरबार पर 10 चालू किया है। कितना अरसा हो गया? तकरीबन 5-6 साल हो गए। इससे पहले कौन था जो इसको संभाल रहा था? कोई भी नहीं था जहाँ, अच्छा कोई भी नहीं था। अच्छा, ये जो लोटियां वाली सरकार है इसके मुतल्लिक आप क्या जानते हैं? ये जी पहले से मशहूर है, बहुत पुरानी बात है, पहले मशहूर। ये यहाँ दूध के बर्तन जो भरे होते थे लोग पीते थे। वो दूध कौन डालता था उसमें? वो यहाँ जो माल चलाते थे लोग, अच्छा। वो डालते थे, और भी लोग आके डालते थे। तो वहाँ से बाबा लोटे सरकार। आपकी उम्र कितनी है इस वक्त? मेरी उम्र 74 साल है। अच्छा, आप इधर पाकिस्तान के रहायशी हैं या पहले हिंदुस्तान में? हिंदुस्तान से आए हैं।
जब हिंदुस्तान से आप इधर पाकिस्तान में आए उस वक्त भी ये दरबार मौजूद था? ये बाबा जी का दरबार कच्चा था। अच्छा। उसके बाद यहाँ इलाके के मजदूर इकट्ठे होकर ये बनाया। ये पहले कच्चा होता था। अच्छा, आपसे पहले इसका जो है वो इंतजाम कौन संभाले हुए था? वो बुजुर्ग के फौत हो गए, वो करते थे, वो सफाई सुई इंतजाम जो भी करना वो करते थे। अच्छा, इस दरबार पे कोई उर्स वगैरह भी मनाया जाता है? नहीं, यहाँ सालाना महफिल मैं कराता हूँ, 7 साल से आया हूँ। सालाना महफिल कराता हूँ, उर्स कह लो या महफिल मिलाद कह लो। मैं महफिल मिलाद कराता हूँ यहाँ, बस साल के बाद। अच्छा, इस दरबार के साथ ये साथ बहुत खूबसूरत मस्जिद है, ये मैं बनवाई है। आपने बनवाई? ये मैंने बनवाई है। अच्छा। पहले छोटी सी मस्जिद थी, ये मैं 10 मंजूर करवाया तो फिर मैं मस्जिद भी तमीज़ करवाई। यहाँ बच्चे पढ़ते हैं? ये बच्चे पढ़ते हैं, वो आपके सामने जो पढ़ते हैं वो बच्चे पढ़ रहे हैं। अच्छा, ये जो दरबार है इसकी कोई करामात आपने सुनी हो आज तक, इस बाबा जी की लोटियाँ वाली? नहीं जी, गलती मैं नहीं कर रहे, हमने तो कोई ऐसी बात नहीं सुनी। नहीं, फिर इसको क्यों कहा जाता है लोटियाँ वाले? वो तो आपने बता दिया। तो दूध के अलावा कोई? नहीं, कोई ऐसी बात नहीं। अभी हमने चंद लोगों से पूछा, उन्होंने कहा जी किसी के वो मकोड़ियाँ वगैरह निकली हों तो वहाँ जाके एक झाड़ू को नमक रख दें तो वो ख़त्म हो जाता। वो लोग नमक वगैरह रख जाते हैं, खुदा जाने किसी को राम आता है या नहीं आता, मुझे नहीं पता। अच्छा, मुझे नहीं पता। अच्छा, हम यहाँ बैर खड़े थे, बैर ना एक बक्सा रखा हुआ जिसमें लोग जो है सदका खरात वगैरह डालते हैं। नहीं, वो दर्श का है। दर्स का है? वो दर्श का है, दरबार का। अच्छा, दरबार का किधर है? वो अंदर है, वो सामने। वो दर्श का उसके ऊपर। अच्छा, ये जो दर्स बना हुआ है ये भी बाबे से मंसूब है या इसका कोई अलग नाम है? नहीं, दर्श बाबा लोटे सरकार था मशहूर है, मगर दर्श अवैश्य कादरिया। कादरिया? अवैश्य कादरिया जी, बात लिखे नहीं? हाँ जी, पढ़ा है। वो बक्स जो गलत, उस पर भी लिखा हुआ, उस पर लिखा हुआ। अच्छा, ये जो साथ एक पांचा के लोटियाँ वाला, हाँ जी, उसको लोटियाँ वाला क्यों कहते हैं? बाबा जी की वजह से कहते हैं। अच्छा, बाबा जी। बाबा जी की वजह से। तो हम वहाँ गए थे, वहाँ हमने लोगों से पूछा कि इसको पांचा के लोटियाँ वाला क्यों कहा जा रहा है? पांचा लोटे वाला बाबा जी की वजह से। बाबे जी की वजह। अच्छा, यहाँ जो लोग हैं कहाँ से आते हैं? कोई मन्नतें वगैरह? इलाके से, इलाके के। सिर्फ अपने इलाके से, बैर से भी आते हैं? ये नहीं पता है, मैं गलत मैं नहीं करूँ। बाहर से लोग या तो कहें मैं कराची से आया हूँ, फ्रांस से, वो इलाके के लोग आते हैं। तो नाज़रीन, इस वक्त हम मौजूद थे बाबा जी लोटियाँ वाली सरकार के दरबार में। जो नंबरदार साहब हैं इलाके के, उनसे हमने बात की और आपको सारा दरबार विज़िट कराया। तो मैं उम्मीद करता हूं कि आपको हमारी आज की वीडियो पसंद आई होगी। इसी के साथ अपने होस्ट ग़ुलाम मुस्तफ़ा सिंधु को दीजिए इजाज़त। मिलते हैं नेक्स्ट वीडियो में। अल्लाह हाफ़िज़।